मैं जी 1942 ਦੇ ਵਿੱਚ ਬੋਰਨ ਹੋਇਆ। ਐਸੇ ਬਿਲਡਿੰਗ 'ਚ ਹੀ ਬੋਰਨ ਹੋਇਆ। ਕਿਸੇ ਟਾਈਮ ਤੋਂ ਅੱਜ ਤੋਂ ਕੋਈ 10-15 ਸਾਲ ਪਹਿਲਾਂ ਕਮਿਸ਼ਨਰ ਜਿਹੜੇ ਸੀਗੇ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਰੰਧਾਵਾ ਸਾਹਿਬ, ਉਹ ਸਾਡੇ ਘਰ ਆਏ ਵੀ ਸੀਗੇ। ਉਹਨਾਂ ਨੇ ਬਿਲਡਿੰਗ ਦੇਖੀ ਸੀ, ਫੋਟੋਗ੍ਰਾਫ ਵੀ ਲਈਆਂ ਸੀ ਸਭ ਉਹਨਾਂ ਨੇ। ਦੇਖੋ ਜੀ, ਸਾਡੀ ਮਨਸ਼ਾ ਤਾਂ ਇਹ ਹੈਗੀ ਹੈ ਕਿ ਇਹ ਜਿਹੜੀ ਸੀ ਬੜੀ ਹਿਸਟੋਰੀਕਲ ਬਿਲਡਿੰਗ ਸੀਗੀ। ਹਿਸਟੋਰੀਕਲ ਇਸ ਕਰਕੇ ਸੀ ਕਿ ਭਾਈ ਸੰਤ ਸਿੰਘ ਗਿਆਨੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਕਰਾਈ, ਸਾਰੀ ਸੋਨੇ ਦੀ ਸੇਵਾ ਕਰਾਈ, ਹੈਡ ਗ੍ਰੰਥੀ ਰਹੇ, ਕਥਾਵਾਚਕ ਰਹੇ, ਉਹਨਾਂ ਨੂੰ ਸਾਰੇ SGPC ਨਹੀਂ ਜਾਣਦੀ, ਉਹਨਾਂ ਦੇ ਨਾਂ ਨੂੰ ਨਹੀਂ ਜਾਣਦੀ। ਉਹਨਾਂ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਨਾਂ ਲਿਖੇ ਹੋਏ ਨੇ, ਉਹ ਸਭ ਗਲਤ ਚੀਜ਼ਾਂ ਲਿਖੀਆਂ ਹੋਈਆਂ ਉੱਥੇ। ਇਹ ਭਾਈ ਸੰਤ ਸਿੰਘ ਆ, ਇਹ ਵੀ ਹੈਗੇ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨਜ਼ਦੀਕ ਸੀਗੇ, ਉਹਦੇ ਮਿਨਿਸਟਰ ਕਹਿ ਸਕਦੇ ਹੋ। ਉਹ ਇਹਨਾਂ ਦੀ ਸਲਾਹ ਲਿੱਤੇ ਬਗੈਰ ਨਹੀਂ ਸੀ ਚੱਲਦਾ। ਇਹ ਜੋ ਹੈਡ ਗ੍ਰੰਥੀ ਸੀਗੇ, ਇਹ ਕਥਾਵਾਚਕ ਸੀਗੇ। ਇਹਨਾਂ ਦੀ ਉਹ ਸਮਾਧ ਐਸੇ ਬਾਬੇ ਸਾਹਿਬ ਬਣੀ ਹੋਈ ਹੈ, ਬਾਬਾ ਟਲ ਗੁਰਦੁਆਰੇ ਦੇ ਸਾਹਮਣੇ। ਸੁਰੰਗ ਅਸੀਂ ਨਹੀਂ ਦੇਖੀ ਕਿਉਂਕਿ ਉਹਦੇ ਥੱਲੇ ਇੱਕ ਹਾਲ ਕਮਰਾ ਸੀਗਾ, 2 ਡਾਟਾਂ ਬਣੀਆਂ ਹੋਈਆਂ, ਉਹ ਬੰਦ ਕੀਤੀਆਂ ਹੋਈਆਂ ਸੀ। ਸਾਡੇ ਬਜ਼ੁਰਗ ਕਹਿੰਦੇ ਸੀ ਇਹ ਨਹੀਂ ਖੋਲ੍ਹਣੀਆਂ। ਅਸੀਂ ਕਦੀ ਨਾ ਹੀ ਪੁੱਛਿਆ ਸੀਗਾ ਕਿ ਕਿਉਂ ਨਹੀਂ ਖੋਲ੍ਹਣੀਆਂ। ਬਾਬੂਸ਼ਾਹੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਤੁਹਾਨੂੰ ਅਸੀਂ ਇੱਕ ਇਤਿਹਾਸਿਕ ਪਲਾਂ ਦੇ ਵਿੱਚ ਲੈ ਕੇ ਆਏ ਹਾਂ, ਜਿੱਥੇ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਕੰਟਰੋਵਰਸੀ ਚੱਲ ਰਹੀ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਲਾਗੇ ਜਿੱਥੇ ਘੰਟਾ ਘਰ ਦੇ ਵਿੱਚ ਨਵਾਂ ਜੋੜਾ ਘਰ ਬਣਾਇਆ ਜਾ ਰਿਹਾ, ਉੱਥੇ ਬੇਸਮੈਂਟ ਉਹਦੀ ਤਿਆਰ ਕੀਤੀ ਜਾ ਰਹੀ ਹੈ। ਕਾਫੀ ਜਿਹੜੀ ਉਹਦੀ ਡੂੰਘੀ ਖੁਦਾਈ ਕੀਤੀ ਗਈ ਹੈ। ਖੁਦਾਈ ਦੇ ਵਿੱਚੋਂ ਕੁਝ ਇਮਾਰਤਾਂ ਮਿਲੀਆਂ ਸੀ, ਜਿਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ, ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਤੌਰ 'ਤੇ ਪਹੁੰਚੇ ਸਨ, ਅਤੇ ਉਹਨਾਂ ਨੇ ਇਹਨਾਂ ਦੀ ਇਮਾਰਤਾਂ ਬਣਾਉਣ ਦਾ ਜਿਹੜਾ ਵਿਰੋਧ ਕੀਤਾ ਸੀ ਅਤੇ ਕਿਹਾ ਸੀਗਾ ਕਿ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਨੇ, ਇਸ ਨੂੰ ਜ਼ਮੀਨਦੋਜ਼ ਨਾ ਕੀਤਾ ਜਾਵੇ, ਬਲਕਿ ਇਸ ਨੂੰ ਪ੍ਰੀਜ਼ਰਵ ਕੀਤਾ ਜਾਵੇ ਅਤੇ ਜਿਸ ਭਾਗ ਨਾਲ ਇਤਿਹਾਸ ਦੇ ਭਾਗ ਨਾਲ ਇਹ ਜੁੜਦੀਆਂ ਹਨ, ਉਹਨੂੰ ਉਜਾਗਰ ਕੀਤਾ ਜਾਵੇ, ਜਨ ਤੱਕ ਕੀਤਾ ਜਾਵੇ। ਹਾਲਾਂਕਿ ਇਸ ਨੂੰ ਲੈ ਕੇ ਕਾਫੀ ਕੰਟਰੋਵਰਸੀ ਵੀ ਹੋਈ ਸੀ, ਥੋਪਾਈ ਵੀ ਹੋਈ ਔਰ ਕਾਫੀ ਗੱਲਾਂ ਹੋਈਆਂ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ ਜਿਹੜੀ ਹੈ ਉਸਾਰੀ ਦਾ ਕੰਮ ਰੁਕਵਾ ਦਿੱਤਾ। ਅਸੀਂ ਅੱਜ ਉੱਥੇ ਕੁਝ ਇਤਿਹਾਸਿਕ ਜੋ ਇਮਾਰਤ ਨਿਕਲੀ ਹੈ ਔਰ ਜੋ ਸੁਰੰਗ ਨਿਕਲੀ ਹੈ, ਉਸ ਦੇ ਜਿਹੜੇ ਮਾਲਕ ਨੇ, ਅਸਲ ਮਾਲਕ ਨੇ, ਜਾਂ ਜਿਹੜੀ ਬਿਲੋਂਗ ਕਰਦੇ ਹੈ ਉਹ ਜਿਹੜੀ ਬਿਲਡਿੰਗ ਹੈ ਜਿਨ੍ਹਾਂ ਨੂੰ ਬਿਲੋਂਗ ਕਰਦੀ ਹੈ, ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ। ਆਓ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਉਹਨਾਂ ਦੇ ਇਤਿਹਾਸ ਨਾਲ ਜੁੜੀ ਹੈ, ਉਹਨਾਂ ਦੇ ਪਰਿਵਾਰ ਨਾਲ ਜੁੜੀ ਹੈ ਔਰ ਕੀ ਹੈ ਬਿਲਡਿੰਗ ਦਾ ਇਤਿਹਾਸ। ਆਓ ਗੱਲਬਾਤ ਕਰਦੇ ਹਾਂ। ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਅੱਛਾ, ਇਹ ਬਿਲਡਿੰਗ ਜਿਹੜੀ ਨਿਕਲੀ ਹੈ ਜੀ, ਤੁਸੀਂ ਸੁਣੀ ਹੋਣੀ ਹੈ, ਤੁਸੀਂ ਵੇਖੀ ਹੋਣੀ ਹੈ, ਇਹਦਾ ਕੀ ਇਤਿਹਾਸ ਹੈ ਜੀ? ਤੁਹਾਡੇ ਨਾਲ ਦੱਸਿਆ ਜਾ ਰਿਹਾ ਜੁੜੀ ਹੈ, ਤੁਹਾਡੇ ਪਰਿਵਾਰ ਨਾਲ ਜੁੜੀ ਹੈ, ਕੀ ਕਾਰਨ ਹੈ ਇਹਦਾ, ਕਿਸ ਤਰ੍ਹਾਂ ਇਹਦਾ ਕੀ ਇਤਿਹਾਸ ਹੈ, ਥੋੜ੍ਹਾ ਦੱਸੋ। ਇਹਦਾ ਇਹ ਇਤਿਹਾਸ ਹੈ ਜੀ, ਇਹ ਬਿਲਡਿੰਗ ਮਸ਼ਹੂਰ ਹੈ ਬੁਰਜ ਗਿਆਨੀਆਂ ਦੇ ਨਾਂ 'ਤੇ। ਭਾਈ ਸੰਤ ਸਿੰਘ ਗਿਆਨੀ ਸਾਡੇ ਬਜ਼ੁਰਗ ਹੁੰਦੇ ਸੀ, ਜਿਹੜੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਸੀਗੇ, ਕਥਾਵਾਚਕ ਵੀ ਸੀਗੇ। ਰਣਜੀਤ ਸਿੰਘ ਨੇ ਇਹਨਾਂ ਨੂੰ ਸੋਨੇ ਦੇ ਕੰਮ ਕਰਨ ਦੀ ਸਾਰੀ ਸੇਵਾ ਇਹਨਾਂ ਨੂੰ ਸਪੁਰਦ ਕੀਤੀ ਸੀ। ਰਣਜੀਤ ਸਿੰਘ ਨੇ ਬਿਲਡਿੰਗ ਇਹਨਾਂ ਨੂੰ ਦਿੱਤੀ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਨੇੜੇ ਹੀ ਰਹਿਣਾ ਅਤੇ ਤੁਸੀਂ ਇੱਥੇ ਕਥਾ ਵੀ ਕਰਦੇ ਹੋ, ਸਭ ਕੁਝ ਕਰਦੇ ਹੋ, ਤੁਹਾਨੂੰ ਕੋਈ ਦੂਰੋਂ ਨਾ ਆਉਣਾ ਪਵੇ। ਠੀਕ ਹੈ ਜੀ। ਅੱਜ ਕਿੰਨੇ ਸਾਲ ਹੋ ਗਏ ਜੀ? ਕਿੰਨੇ ਸਾਲਾਂ ਬਾਅਦ ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਜੁੜੇ ਰਹੇ? ਅੱਜ ਤੁਹਾਡੀ ਕਿੰਨੀ ਉਮਰ ਹੈ ਔਰ ਤੁਹਾਨੂੰ ਇਹਦੇ ਬਾਰੇ ਕੀ ਯਾਦਾਂ, ਤੁਹਾਡੀਆਂ ਕੀ ਯਾਦਾਂ ਹੈਗੀਆਂ ਨੇ ਔਰ ਕੀ ਹੈਗਾ ਇਹਦੇ ਵਿੱਚ? ਥੋੜ੍ਹਾ ਇਹਦੇ ਬਾਰੇ ਵੀ ਦੱਸੋ ਤਫਸੀਲ ਨਾਲ। ਮੈਂ ਜੀ 1942 ਦੇ ਵਿੱਚ ਬੋਰਨ ਹੋਇਆ, ਐਸੇ ਬਿਲਡਿੰਗ 'ਚ ਹੀ ਬੋਰਨ ਹੋਇਆ, ਅਤੇ 1988 ਦੇ ਵਿੱਚ ਜਦੋਂ ਐਕਵਾਇਰ ਹੋਇਆ, ਉਦੋਂ ਅਸੀਂ ਇਹ ਜਗ੍ਹਾ ਛੱਡੀ ਹੈ। ਗੌਰਮੈਂਟ ਆਫ ਇੰਡੀਆ ਨੇ ਐਕਵਾਇਰ ਕੀਤੀ ਹੈ ਜਗ੍ਹਾ। ਉਹਨਾਂ ਨੇ ਕਿਹਾ, ਸਾਨੂੰ ਇਹ ਕਹਿ ਕੇ ਕਿਹਾ ਸੀਗਾ ਕਿ ਤੁਹਾਡੀ ਜਿਹੜੀ ਹਿਸਟੋਰੀਕਲ ਬਿਲਡਿੰਗ ਹੈ, ਇਹ ਅਸੀਂ ਪ੍ਰੀਜ਼ਰਵ ਕਰਨੀ ਹੈ, ਪਰ ਸਾਨੂੰ ਉਹਨਾਂ ਨੇ ਕੱਢ ਕੇ ਬਾਅਦ 'ਚ ਇਹਨਾਂ ਨੇ ਇਹ ਜਿਹੜੀ ਬਿਲਡਿੰਗ ਢਾਹਤੀ। ਉੱਪਰਲੀਆਂ ਮੰਜ਼ਲਾਂ 'ਤੇ ਢਾਹਤੀਆਂ, ਜਿਹੜੇ ਅੰਡਰਗਰਾਊਂਡ ਸੀਗੀਆਂ ਉਹ ਹੁਣ ਨਿਕਲ ਆਈਆਂ, ਜਿਹੜੀਆਂ ਇਹਨਾਂ ਨੇ ਕਵਰ ਨਹੀਂ ਸੀ ਕੀਤੀਆਂ। ਇਹ ਕਿੰਨੀ ਮੰਜ਼ਿਲ ਸੀਗੀ ਜੀ? ਕਿੰਨਾ ਉੱਚਾ ਸੀਗਾ? ਕਿੰਨੇ ਫੁੱਟ ਦੀ ਇੱਕ ਲਾਈ ਹੈ? ਕਿਉਂਕਿ ਅੱਜ ਕੱਲ੍ਹ ਜਿਹੜੀਆਂ ਇਮਾਰਤਾਂ ਨੇ ਉਹ 10-10, 12-12 ਫੁੱਟ ਦੀਆਂ ਨੇ। ਉਦੋਂ ਜਿਹੜੀਆਂ ਇਮਾਰਤਾਂ ਛੱਤ ਜਿਹੜੀ ਬਹੁਤ ਉੱਚੀ ਹੁੰਦੀ ਸੀ, ਕਿੰਨੇ ਮੰਜ਼ਿਲ ਹੁੰਦੀ ਸੀ? ਅੱਜ ਬੇਸਮੈਂਟ ਕਿੰਨੀ ਸੀ ਉਹਦੀ ਦੱਸੋ। ਸਾਡੀ ਕੋਈ 60 ਫੁੱਟ ਉੱਚੀ ਸੀ, 3 ਮੰਜ਼ਲਾਂ ਸੀਗੀ। 20-20 ਫੁੱਟ ਦੀ ਸਾਡੀ ਛੱਤ ਹੁੰਦੀ ਸੀਗੀ। ਇਹ 3 ਮੰਜ਼ਲਾਂ ਸਾਡੀਆਂ ਉੱਪਰ ਸੀਗੀਆਂ, 1 ਮੰਜ਼ਲ ਅੰਡਰਗਰਾਊਂਡ ਸੀਗੀ, ਜਿਹੜੀ ਹੁਣ ਪੁਟਾਈ ਦੇ ਵਿੱਚ ਨਿਕਲੀ ਹੈ। ਇਹਦੇ ਵਿੱਚ ਟੋਟਲ ਜਿਹੜੀ 60 ਫੁੱਟ ਤੁਸੀਂ ਦੱਸ ਰਹੇ ਹੋ, ਇਹਦੇ ਵਿੱਚ ਕਿੰਨੇ ਕੁ ਕਮਰੇ ਸੀ ਜੀ? ਇੱਕ ਬਿਲਡਿੰਗ ਦੇ ਵਿੱਚ ਇੱਕ ਜਿਹੜੀ ਹੈਗੀ ਆ, ਉਹਦੇ ਵਿੱਚ ਕਿੰਨੇ ਪਰਿਵਾਰ ਰਹਿੰਦੇ ਸੀ? ਅਤੇ ਤੁਹਾਡੇ ਜਿਹੜੇ ਬਜ਼ੁਰਗ ਸੀ, ਸੰਤ ਰਾਮ ਸਿੰਘ ਜੀ ਕਹਿ ਲਈਏ, ਉਹਨਾਂ ਦਾ ਕੀ ਇਤਿਹਾਸ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਕਿਵੇਂ ਮੇਲ ਹੋਇਆ?
ਦੇਖੋ ਜੀ ਸੰਤ ਜਿਹੜੇ ਭਾਈ ਰਾਮ ਸਿੰਘ ਸੀਗੇ, ਇਹ ਸਾਡੇ ਬਜ਼ੁਰਗ ਹੁੰਦੇ ਸੀਗੇ। ਇਹਨਾਂ ਦਾ ਨਾਂ ਸੀ ਰਾਮਚੰਦਰ। ਜਦੋਂ ਅਨੰਦਪੁਰ ਸਾਹਿਬ 'ਚ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਪਾਨ ਕਰਾਇਆ, ਇਹ ਉੱਥੇ ਮੌਜੂਦ ਸੀਗੇ। ਉਹਨਾਂ ਨੇ ਅੰਮ੍ਰਿਤ ਪਾਨ ਕਰਾਉਣ ਤੋਂ ਬਾਅਦ ਉਹਨਾਂ ਨੇ ਕੋਈ ਸਵਾਲ ਕੀਤਾ ਤੇ ਕਹਿੰਦੇ ਇਹਦਾ ਮੈਨੂੰ ਜਵਾਬ ਦਿਓ, ਕੌਣ ਦਿੰਦਾ। ਰਾਮਚੰਦਰ ਜੀ ਖੜੇ ਹੋਏ, ਇਹਨਾਂ ਨੇ ਕਿਹਾ ਜੇ ਹੁਕਮ ਹੋਵੇ ਤਾਂ ਮੈਂ ਇਹਦਾ ਤੁਹਾਨੂੰ ਜਵਾਬ ਦੇ ਦੇਵਾਂ। ਉਹਨਾਂ ਨੇ ਕਿਹਾ ਦੇ ਵੀ ਤੂੰ। ਇਹਨਾਂ ਨੇ ਜਵਾਬ ਦਿੱਤਾ। ਉਹ ਬਹੁਤ ਖੁਸ਼ ਹੋਏ ਇਹਨਾਂ ਤੋਂ। ਉਹ ਕਹਿੰਦੇ ਅੱਜ ਤੋਂ ਤੂੰ ਰਾਮਚੰਦਰ ਨਹੀਂ ਹੈ, ਤੂੰ ਰਾਮ ਸਿੰਘ ਹੋ ਗਿਆ, ਅਤੇ ਜਿਹੜਾ ਤੇਰਾ ਪਰਿਵਾਰ ਹੋਏਗਾ ਸਾਰਾ ਗਿਆਨੀ ਕੋ ਆਏਗਾ। ਉਸ ਤੋਂ ਸਾਨੂੰ ਫਿਰ ਗਿਆਨੀ ਕਿਹਾ ਜਾਂਦਾ ਰਿਹਾ। ਇਹ ਬੁੰਗੇ ਦਾ ਫਿਰ ਬੁੰਗੇ ਕਿਸ ਤਰ੍ਹਾਂ ਦਿੱਤਾ? ਬੁੰਗੇ ਦਾ ਬੁੰਗਾ ਇਸ ਤਰ੍ਹਾਂ ਆਇਆ ਜੀ ਸਾਡੇ ਕੋਲ, ਭਾਈ ਸੰਤ ਸਿੰਘ ਗਿਆਨੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਸਾਰੀ ਸੇਵਾ ਕਰਾਈ ਹੋਈ ਹੈ, ਸੋਨੇ ਦੀ ਵੀ। ਉਹ ਹੈਡ ਗ੍ਰੰਥੀ ਵੀ ਸੀਗੇ, ਕਥਾਵਾਚਕ ਵੀ ਸੀਗੇ, ਦਮਦਮੀ ਟਕਸਾਲ ਦੇ ਵੀ ਮੁਖੀਆ ਰਹੇ ਨੇ। ਰਣਜੀਤ ਸਿੰਘ ਨੇ ਇਹਨਾਂ ਨੂੰ ਬਹੁਤ ਮੰਨਦਾ ਸੀ, ਆਪਣੇ ਗੁਰੂ ਕਹਿੰਦਾ ਸੀਗਾ। ਉਹਨੇ ਇਹਨਾਂ ਨੂੰ ਇਹ ਬਿਲਡਿੰਗ ਦਿੱਤੀ ਸੀ। ਠੀਕ ਹੈ ਜੀ। ਬੁੰਗੇ ਅਸਲ 'ਚ ਦੇਖਿਆ ਜਾਵੇ ਜੀ, ਬੁੰਗਿਆਂ ਦਾ ਕੀ ਇਤਿਹਾਸ ਸੀ ਔਰ ਕਿਉਂ ਦਿੱਤੇ ਜਾਂਦੇ ਸੀ ਬੁੰਗੇ? ਕੀ ਸੀ ਉਹਨਾਂ ਦੀ ਖਾਸੀਅਤ, ਕੀ ਸੀ ਔਰ ਕੌਣ ਰਹਿੰਦੇ ਸੀ ਉਹਨਾਂ 'ਚ? ਖਾਸੀਅਤ ਇਹ ਸੀ ਜੀ, ਬੁੰਗੇ ਜਿਹੜੇ ਸੀ ਇਹ ਜਿਹੜੀਆਂ ਸਾਡੀਆਂ ਮਿਸਲਾਂ ਦੇ ਸਰਦਾਰ ਸੀਗੇ, ਦਰਬਾਰ ਸਾਹਿਬ ਦੀ ਰਾਖੀ ਲਈ ਉਹਨਾਂ ਸਾਰਿਆਂ ਨੇ ਇੱਥੇ ਮਿਸਲਾਂ ਵਾਲਿਆਂ ਨੇ ਆਪਣੇ ਬੁੰਗੇ ਬਣਾਏ ਹੋਏ ਸੀਗੇ। ਉਹ ਜਿਹੜੇ ਫੈਸਟੀਵਲ ਆਉਂਦੇ ਸੀ, ਦੀਵਾਲੀ ਜਾਂ ਵਿਸਾਖੀ, ਆ ਕੇ ਇੱਥੇ ਜ਼ਰੂਰ ਹਾਜ਼ਰੀ ਭਰਦੇ ਸੀਗੇ। ਕੋਈ ਸਿੱਖ ਕੌਮ ਦੀ ਕੋਈ ਗੱਲਬਾਤ ਵੀ ਹੁੰਦੀ ਸੀ, ਮਸ਼ਵਰਾ ਵਗੈਰਾ ਸਭ ਇੱਥੇ ਹੀ ਹੁੰਦਾ ਸੀ। ਇਹਨਾਂ ਬੁੰਗਿਆਂ ਦੇ ਵਿੱਚ ਸਾਰੇ ਮਿਲਦੇ ਸੀ, ਦਰਬਾਰ ਸਾਹਿਬ ਆ ਕੇ ਇਕੱਠੇ ਹੁੰਦੇ ਸੀ ਸਭ। ਇਹ ਇਹਨਾਂ ਦਾ ਹਿਸਟਰੀ ਸੀਗੀ ਇਹਨਾਂ ਦੀ। ਤੁਹਾਨੂੰ ਕੋਈ ਘਟਨਾ ਯਾਦ ਹੈ ਜੀ ਬਜ਼ੁਰਗਾਂ ਦੀ, ਜਿਹੜੀ ਤੁਹਾਨੂੰ ਉਹਨਾਂ ਨੇ ਦੱਸੀ ਹੋਵੇ ਕਿ ਭਾਈ ਰਾਮ ਸਿੰਘ ਜੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ, ਜਾਂ ਕੋਈ ਪੁਰਾਣੇ ਐਸੀ ਕੋਈ ਗੱਲਬਾਤ ਜਿਸ ਤਰ੍ਹਾਂ ਕਿ ਮੇਲ ਹੋਇਆ, ਜਾਂ ਕੋਈ ਐਸੀ ਘਟਨਾ ਬਹੁਤ ਜਿਹੜੀ ਭੁੱਲਣ ਵਾਲੀ ਨਹੀਂ? ਦੇਖੋ ਇਸ ਤਰ੍ਹਾਂ ਹੈਗਾ, ਅਸੀਂ ਦੇਖਿਆ ਤਾਂ ਹੈ ਨਹੀਂ ਹੈ, ਅਸੀਂ ਪੜ੍ਹਿਆ ਹੀ ਹੈ ਉਹਨਾਂ ਦੇ ਵਿੱਚ। ਉਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਰਣਜੀਤ ਸਿੰਘ ਇੱਕ ਵਾਰੀ ਬੈਟਲਫੀਲਡ ਦੇ ਵਿੱਚ ਫੱਟੜ ਹੋ ਕੇ ਡਿੱਗ ਜਾਂਦਾ। ਭਾਈ ਸੰਤ ਸਿੰਘ ਗਿਆਨੀ ਇਹ ਉਹਦੇ ਨਾਲ ਹੁੰਦੇ ਨੇ, ਇਹ ਉਹਨੂੰ ਆਪਣੇ ਘੋੜੇ 'ਤੇ ਬਿਠਾ ਕੇ ਉੱਥੋਂ ਲੈ ਆਉਂਦੇ ਨੇ। ਇਹ ਲਿਆ ਕੇ ਉਹਦਾ ਠੀਕ ਠਾਕ ਕਰਾਉਂਦੇ ਨੇ, ਸਭ ਕੁਝ ਜੋ ਵੀ ਕਰਨਾ ਸੀ ਕਰਕੇ। ਅਤੇ ਮਿਸਲਾਂ ਦੇ ਵਿੱਚ ਵੀ ਆਪਸ ਮੁਖਾਲਫਤ ਹੁੰਦੀ ਸੀਗੀ। ਫਿਰ ਇਹਨਾਂ ਨੇ ਕਿਸ ਤਰ੍ਹਾਂ ਹੋਇਆ, ਇਹ ਤਾਂ ਖੈਰ ਉਹ ਉਸ ਟਾਈਮ ਦੀਆਂ ਜਾਣਦੇ ਹੋਣਗੇ ਕੀ ਚੀਜ਼ਾਂ ਸੀਗੀਆਂ। ਇਹਨਾਂ ਨੇ ਉਹਨੂੰ ਰਾਜਾ ਬਣਾਉਣ ਦੇ ਵਿੱਚ ਬਹੁਤ ਆਪਣਾ ਹੱਥ ਯੋਗਦਾਨ ਦਿੱਤਾ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਬੁੰਗਾ ਜਿਹੜਾ ਹੈਗਾ ਉਹਨਾਂ ਨੂੰ, ਇਹ ਬਹੁਤ ਪੜ੍ਹੇ ਲਿਖੇ, ਬਹੁਤ ਸਿਆਣੇ ਹੈਗੇ, ਇਸ ਕਰਕੇ ਉਹਨੇ ਇਹਨਾਂ ਤੋਂ ਬਹੁਤ ਖੁਸ਼ ਸੀਗਾ। ਤੁਸੀਂ ਤੁਹਾਡਾ ਕੀ, ਜਿਸ ਤਰ੍ਹਾਂ ਬਚਪਨ ਉੱਥੇ ਬੀਤਿਆ ਹੋਏਗਾ, ਉੱਥੇ ਖੇਡੇ ਹੋਵੋਗੇ ਤੁਸੀਂ, ਤੁਹਾਡਾ ਕੀ ਜਿਹੜਾ ਹੈਗਾ ਤੁਹਾਡਾ ਆਪਣਾ ਐਕਸਪੀਰੀਅੰਸ ਜਾਂ ਤੁਹਾਡਾ ਜਿਹੜਾ ਉੱਥੇ ਰਹੇ ਹੋ ਉਹਦੇ ਬਾਰੇ ਦੱਸੋ। ਤੁਹਾਡੀ ਉੱਥੇ ਰਹੇ ਹੋ, ਉੱਥੇ ਕੀ ਕਾਰੋਬਾਰ ਕਰਦੇ ਰਹੇ ਹੋ, ਕਿੰਨੀ ਦੇਰ ਉੱਥੇ ਰਹੇ ਹੋ ਤੁਸੀਂ? ਮੈਂ ਉੱਥੇ 50 ਸਾਲ ਦੇ ਕਰੀਬ ਰਿਹਾ ਜੀ। ਉੱਥੇ ਸਾਡੀ ਬਾਜ਼ਾਰ ਮਈ ਸੇਵਾ ਦੇ ਵਿੱਚ ਦੁਕਾਨ ਸੀਗੀ ਘੜੀਆਂ ਦੀ। ਅਸੀਂ ਘੜੀਆਂ ਦਾ ਕੰਮ ਕਰਦੇ ਸੀਗੇ। ਬਚਪਨ ਦਾ ਖੇਡਣਾ ਪੜ੍ਹਨਾ ਉਹ ਤਾਂ ਸਾਰੇ ਹੁੰਦੇ ਹੀ ਹੈ। ਸਾਡੇ ਜਿੰਨੇ ਆਂਢ ਗੁਆਂਢ ਜਿੰਨੇ ਬੱਚੇ ਸੀ ਸਭ ਸਾਡੇ ਘਰ ਇਕੱਠੇ ਹੋ ਜਾਂਦੇ ਸੀ, ਆ ਕੇ ਸਭ ਉੱਥੇ ਹੀ ਖੇਡਦੇ ਸੀ ਸਾਡੇ ਕੋਲ। ਜਿੱਥੇ ਬਚਪਨ ਬਿਤਾਇਆ ਹੋਵੇ ਉਹ ਸਾਰੀ ਜ਼ਿੰਦਗੀ ਜਗ੍ਹਾ ਨਹੀਂ ਭੁੱਲ ਸਕਦੀ ਕਦੀ। ਲੇਕਿਨ ਜਦੋਂ ਅਕਵਾਇਰ ਕੀਤੀ ਜ਼ਮੀਨ 84 ਤੋਂ ਬਾਅਦ 88 ਦੇ ਵਿੱਚ, ਜਦੋਂ ਸਰਕਾਰ ਦਾ ਸਕੀਮ ਆ ਗਈ ਗਲਿਆਰਾ ਸਕੀਮ ਦੇ ਵਿੱਚ, ਉਸ ਤੋਂ ਬਾਅਦ ਕੀ ਤੁਹਾਨੂੰ ਇੱਕ ਮੁਆਵਜ਼ਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਤੁਹਾਨੂੰ ਕੀ ਕਹਿ ਕੇ ਲਈ ਗਈ? ਕਿਉਂਕਿ ਇਹ ਇਤਿਹਾਸਿਕ ਬਿਲਡਿੰਗ ਸੀ ਔਰ ਮੇਰੇ ਖਿਆਲ ਠੀਕ ਠਾਕ ਹਾਲਤ ਵਿੱਚ ਸੀ, ਔਰ ਉਸ ਦੇ ਬਾਰੇ ਤੁਹਾਨੂੰ ਕੀ ਕਿਹਾ ਗਿਆ ਸਰਕਾਰ ਵੱਲੋਂ? ਸਾਨੂੰ ਇਹ ਕਿਹਾ ਗਿਆ ਸੀਗਾ ਕਿ ਇਹ ਬਿਲਡਿੰਗ ਦੇ ਅਸੀਂ ਅਕਵਾਇਰ ਕਰ ਰਹੇ ਹਾਂ, ਅਸੀਂ ਇਹਨੂੰ ਪ੍ਰਜ਼ਰਵ ਕਰਨਾ ਹੈ। ਕਿਸੇ ਟਾਈਮ ਤੋਂ ਅੱਜ ਤੋਂ ਕੋਈ 10-15 ਸਾਲ ਪਹਿਲਾਂ ਕਮਿਸ਼ਨਰ ਜਿਹੜੇ ਸੀਗੇ ਆਰਕੀਓਲੋਜੀਕਲ ਡਿਪਾਰਟਮੈਂਟ ਦੇ, ਰੰਧਾਵਾ ਸਾਹਿਬ, ਉਹ ਸਾਡੇ ਘਰ ਆਏ ਵੀ ਸੀਗੇ। ਉਹਨਾਂ ਨੇ ਬਿਲਡਿੰਗ ਦੇਖੀ ਸੀ, ਫੋਟੋਗ੍ਰਾਫ ਵੀ ਲਈਆਂ ਸੀ ਸਭ ਉਹਨਾਂ ਨੇ ਕਿਹਾ ਸੀ ਤੁਹਾਡੀ ਬਿਲਡਿੰਗ ਬੜੀ ਪੁਰਾਣੀ ਹੈ, ਹਿਸਟੋਰੀਕਲ ਹੈ, ਇਹ ਮੈਂ ਗੌਰਮੈਂਟ ਨੂੰ ਕਹਿਣਾ ਹੈ ਕਿ ਇਸ ਬਿਲਡਿੰਗ ਨੂੰ ਪ੍ਰਜ਼ਰਵ ਕਰ ਲਓ। ਪਰ ਉਸ ਤੋਂ ਬਾਅਦ ਨਾ ਉਹ ਕਦੀ ਆਏ, ਨਾ ਕੋਈ ਗੱਲ ਹੋਈ ਸਾਨੂੰ, ਫਿਰ ਸਾਡੇ ਨਾਲ ਕੋਈ ਗੁਫ਼ਤਗੂ ਨਹੀਂ। ਇਹ ਮੈਂ ਨਹੀਂ ਇਸ ਇਹ 60-70 ਦੇ ਕਰੀਬ ਦੀ ਗੱਲਾਂ ਹੋਣੀਆਂ। ਅੱਛਾ ਜੀ। ਉਹ ਕਮਿਸ਼ਨਰ ਹੁੰਦੇ ਸੀ ਰੰਧਾਵਾ ਸਾਹਿਬ ਉਦੋਂ। ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਹੈ, ਆਰਕੀਓਲੋਜੀਕਲ ਡਿਪਾਰਟਮੈਂਟ ਦੇ ਇੰਚਾਰਜ ਸੀਗੇ ਉਹ। ਤੁਸੀਂ ਜਦੋਂ ਚਲੋ ਮੁਆਵਜ਼ਾ ਤੁਹਾਨੂੰ ਮਿਲ ਗਿਆ, ਫੈਮਲੀਆਂ ਕਿੰਨੇ ਮੈਂਬਰ ਸੀਗੇ ਉਦੋਂ,
ਉਦੋਂ ਤੁਸੀਂ ਸੱਜੇ ਖੱਬੇ ਹੋ ਗਏ, ਚਲੋ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਲੇਕਿਨ ਕੀ ਤੁਸੀਂ ਉਸ ਤੋਂ ਬਾਅਦ ਕਿਸੇ ਨੂੰ ਅਪਰੋਚ ਕੀਤਾ ਜਾਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਕਿ ਜਿਹੜੇ ਬੁੰਗੇ ਸੀਗੇ ਜਾਂ ਉਹਨਾਂ ਨੂੰ ਨਾ ਢਾਹਿਆ ਜਾਵੇ? ਕਿਉਂਕਿ ਪਰਿਕਰਮਾ ਚੌੜੀ ਕਰਨ ਵਾਸਤੇ ਹੀ ਢਾਹਿਆ ਗਿਆ ਸੀ, ਨੈਚੁਰਲ ਗੱਲ ਹੈ, ਪਰ ਜੇ ਇਹਨੂੰ ਪ੍ਰੀਜ਼ਰਵ ਕਰਕੇ ਢਾਹਿਆ ਜਾਂਦਾ ਜਾਂ ਪ੍ਰੀਜ਼ਰਵ ਕਰਕੇ ਉਹਨੂੰ ਰੱਖ ਕੇ ਚੌੜੀ ਕੀਤੀ ਜਾਂਦੀ। ਪਰਿਕਰਮਾ ਚੌੜੀ ਕਰਨ ਲਈ ਨਹੀਂ ਸੀ ਢਾਹਿਆ ਗਿਆ, ਇਹ ਢਾਹਿਆ ਗਿਆ ਸੀ ਜਿਹੜਾ 84 ਦੇ ਅੰਦਰ ਗੱਲ ਹੋਈ ਸੀਗੀ, ਉਸ ਦੇ ਵਿੱਚ 88 ਦੁਬਾਰਾ ਫੇਰ ਹੋਈ ਸੀਗੀ। ਫਿਰ ਇਹਨਾਂ ਨੇ ਸਰਾਊਂਡਿੰਗ ਏਰੀਆ ਦੇ ਵਿੱਚ ਜਿੰਨੀਆਂ ਵੀ ਬਿਲਡਿੰਗਾਂ ਸੀ ਸਿੱਖਾਂ ਦੀਆਂ, ਉਹ ਤਕਰੀਬਨ ਸਾਰੀਆਂ ਨੇ ਡਿਮੋਲਿਸ਼ ਕਰਤੀਆਂ ਸੀ ਕਿ ਇਹ ਮੁੜ ਕੇ ਕਿਲ੍ਹਾ ਨਾ ਬਣਾ ਸਕਣ ਅੰਦਰ, ਅਤੇ ਕਿਲ੍ਹਾ ਬਣ ਕੇ ਅੱਗੇ ਇਹਨਾਂ ਨੂੰ ਬਹੁਤ ਤਕਲੀਫ ਉਠਾਉਣੀ ਪਈ ਸੀ ਕਿ ਸਾਨੂੰ ਫਿਰ ਤੰਗੀ ਨਾ ਕੋਈ ਹੋਵੇ ਅੰਦਰ ਆਉਣ ਲਈ। ਮਤਲਬ ਇੱਕ ਕੇਂਦਰ ਸਰਕਾਰ ਦੀ ਸੁਰੱਖਿਆ ਦੇ ਨਾਂ ਤੇ ਇੱਕ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਹਿ ਸਕਦੇ ਆਪਾਂ। ਇਹ ਕਹਿ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਕਦੀ ਕਿਸੇ ਸੰਸਥਾ ਨਾਲ, SGPC ਨਾਲ ਜਾਂ ਕਿਸੇ ਆਰਕੀਓਲੋਜੀਕਲ ਸੰਸਥਾ ਦੇ ਨਾਲ ਕੋਈ ਸੰਪਰਕ ਹੋਇਆ ਤੁਹਾਡਾ ਇਸ ਵਿੱਚ? ਨਹੀਂ ਨਹੀਂ। ਅੱਜ ਜਿਹੜੀ ਕੰਟਰੋਵਰਸੀ ਤੁਹਾਨੂੰ ਪਤਾ ਹੀ ਚੱਲ ਰਹੀ ਹੈ, ਜਿਹੜੀ 2-3 ਦਿਨਾਂ ਤੋਂ, ਉਹ ਜਿਹੜੀ 2-3 ਦਿਨਾਂ ਤੋਂ ਕੰਟਰੋਵਰਸੀ ਚੱਲ ਰਹੀ ਹੈ, ਤੁਸੀਂ ਦੇਖ ਰਹੇ ਹੋ ਕਿ SGPC ਤੇ ਉਹਨੂੰ ਚਲਾ ਰਹੀ ਸੀ, ਉਹ ਚੱਲ ਹੀ ਰਿਹਾ ਸੀ ਕੰਮ। ਮੇਰੇ ਖਿਆਲ ਜੇ ਕੋਈ ਵਿਰੋਧ ਨਾ ਹੁੰਦਾ ਤੇ ਉਹ ਪਤਾ ਵੀ ਨਹੀਂ ਸੀ ਲੱਗਣਾ। ਠੀਕ ਹੈ ਜੀ। ਉਹ ਕੁਝ ਸਿੱਖ ਜਥੇਬੰਦੀਆਂ ਵੱਲੋਂ ਆ ਕੇ ਉਹਦਾ ਵਿਰੋਧ ਕੀਤਾ ਗਿਆ। ਚਲੋ SGPC ਪ੍ਰਧਾਨ ਨੇ ਕਿਹਾ ਵੀ ਅਸੀਂ ਉਹਨੂੰ ਪ੍ਰੀਜ਼ਰਵ ਕਰਾਂਗੇ। ਇਹ ਸਟੈਪ ਨੂੰ ਕਿੱਦਾਂ ਵੇਖਦੇ ਹੋ ਤੁਸੀਂ, ਔਰ ਤੁਹਾਡੀ ਮਨਸ਼ਾ ਕੀ ਹੈ, ਤੁਸੀਂ ਕੀ ਚਾਹੁੰਦੇ ਜੀ? ਦੇਖੋ ਜੀ, ਸਾਡੀ ਮਨਸ਼ਾ ਤਾਂ ਇਹ ਹੈਗੀ ਹੈ ਕਿ ਇਹ ਜਿਹੜੀ ਸੀ ਬੜੀ ਹਿਸਟੋਰੀਕਲ ਬਿਲਡਿੰਗ ਸੀਗੀ। ਹਿਸਟੋਰੀਕਲ ਇਸ ਕਰਕੇ ਸੀ ਕਿ ਭਾਈ ਸੰਤ ਸਿੰਘ ਗਿਆਨੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਕਰਾਈ, ਸਾਰੀ ਸੋਨੇ ਦੀ ਸੇਵਾ ਕਰਾਈ, ਹੈੱਡ ਗ੍ਰੰਥੀ ਰਹੇ, ਕਥਾਵਾਚਕ ਰਹੇ, ਉਹਨਾਂ ਨੂੰ ਸਾਰੇ SGPC ਨਹੀਂ ਜਾਣਦੀ, ਉਹਨਾਂ ਦੇ ਨਾਂ ਨੂੰ ਨਹੀਂ ਜਾਣਦੀ। ਉਹਨਾਂ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਨਾਂ ਲਿਖੇ ਹੋਏ ਨੇ, ਉਹ ਸਭ ਗਲਤ ਚੀਜ਼ਾਂ ਲਿਖੀਆਂ ਹੋਈਆਂ ਉੱਥੇ। ਬਾਬੇ ਸਾਹਿਬ ਉਹਨਾਂ ਦੀ ਸਮਾਧ ਬਣੀ ਹੋਈ ਹੈ ਗਿਆਨੀ ਸੰਤ ਸਿੰਘ ਹੋਰਾਂ ਦੀ, ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਸਮਾਧ ਹੈਗੀ ਹੈ। ਜੇ ਉਹਨਾਂ ਨੂੰ ਪਤਾ ਹੈ ਕਿ ਗਿਆਨੀਆਂ ਦੀ ਬਿਲਡਿੰਗ ਹੈਗੀ ਹੈ ਤੇ ਉਹ ਤਾਂ ਸਭ ਕੁਝ ਜਾਣਦੇ ਨੇ ਕਿ ਗਿਆਨੀਆਂ ਦਾ ਦਰਬਾਰ ਸਾਹਿਬ ਨਾਲ ਕੀ ਤਾਲੁਕ ਹੈ। ਤੁਸੀਂ ਬਿਲਡਿੰਗ ਬਾਰੇ ਜਾਣਦੇ ਹੋ ਕਿਉਂਕਿ ਤੁਸੀਂ ਰਹੇ ਉੱਥੇ। ਕਿਸ ਤਰ੍ਹਾਂ ਦੀ ਬਿਲਡਿੰਗ ਸੀ ਹੁਣ ਜਿਹੜੀ ਨਿਕਲੀ ਹੈ? ਕਿਉਂਕਿ ਉੱਪਰ ਵਾਲਾ ਤੇ ਸਾਡਾ ਡਿਮੋਲਿਸ਼ ਹੋ ਗਿਆ, ਜਿਹੜਾ ਥੱਲੇ ਵਾਲਾ ਡਿਮੋਲਿਸ਼ ਹੈ, ਬੇਸਮੈਂਟ ਵਾਲਾ ਹੈਗਾ ਇਸ ਦਾ ਸ਼ਾਇਦ, ਉਹਦੇ ਵਿੱਚ ਕਿੰਨਾ ਉਹ ਮਤਲਬ ਡੂੰਘਾ ਹੈਗਾ ਜਾਂ ਕਿੰਨੀ ਕੋਈ ਸੁਰੰਗ ਵੀ ਦੱਸੀ ਜਾ ਰਹੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਸੁਰੰਗ ਅਸੀਂ ਨਹੀਂ ਦੇਖੀ ਕਿਉਂਕਿ ਉਹਦੇ ਥੱਲੇ ਇੱਕ ਹਾਲ ਕਮਰਾ ਸੀਗਾ, 2 ਡਾਟਾਂ ਬਣੀਆਂ ਹੋਈਆਂ, ਉਹ ਬੰਦ ਕੀਤੀਆਂ ਹੋਈਆਂ ਸੀ। ਸਾਡੇ ਬਜ਼ੁਰਗ ਕਹਿੰਦੇ ਸੀ ਇਹ ਨਹੀਂ ਖੋਲ੍ਹਣੀਆਂ, ਅਸੀਂ ਕਦੀ ਨਾ ਹੀ ਪੁੱਛਿਆ ਸੀਗਾ ਕਿ ਕਿਉਂ ਨਹੀਂ ਖੋਲ੍ਹਣੀਆਂ। ਉਹਦੇ ਵਿੱਚ ਇੰਨਾ ਜ਼ਰੂਰ ਸਾਨੂੰ ਕਿਹਾ ਜਾਂਦਾ ਸੀ ਕਿ ਭਾਈ ਸੰਤ ਸਿੰਘ ਹੋਰੀ ਕਥਾ ਕਰਨ ਜਿਸ ਵੇਲੇ ਜਾਂਦੇ ਸੀ, ਉਹ ਅੰਦਰੋਂ ਅੰਦਰ ਸਾਡੇ ਕੋਈ ਰਸਤਾ ਸੀਗਾ ਜਿਹੜਾ ਬੂੰਗਾ ਝੰਡਾ ਬੂੰਗਾ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਲੱਗੇ ਨੇ ਉੱਥੇ ਜਾ ਕੇ ਨਿਕਲਦਾ ਸੀਗਾ ਬੂੰਗੇ ਦੇ ਵਿੱਚ। ਉਹ ਅੰਦਰੋਂ ਅੰਦਰ ਜਾ ਕੇ ਉੱਥੇ ਨਿਕਲ ਕੇ ਕਥਾ ਕਰਕੇ ਆਉਂਦੇ ਹੁੰਦੇ ਸੀਗੇ। ਅੱਛਾ, ਹੁਣ ਜਿਹੜੀ ਜੋ ਕਰੰਟ ਸਿਨੈਰੀਓ ਬਣਿਆ, ਜੋ ਇਸ ਵੇਲੇ ਜੋ ਬਣਿਆ, ਸਰਕਾਰਾਂ ਕੋਲੋਂ ਕੀ ਉਮੀਦ ਰੱਖਦੇ ਹੋ? SGPC ਕੋਲੋਂ ਕੀ ਉਮੀਦ ਰੱਖਦੇ ਹੋ? ਸਰਕਾਰ ਤੇ ਇਹਦੇ ਵਿੱਚ ਇਨਵੋਲਵਮੈਂਟ ਸ਼ਾਇਦ ਨਹੀਂ ਕਰੇਗੀ, ਇੰਨਾ ਹੀ ਕੰਮ ਹੈ ਕਿ ਉਹ ਆਪਣੇ ਤੌਰ ਤੇ ਆਰਕੀਓਲੋਜੀਕਲੀ ਉਹਨੂੰ ਰੋਕ ਸਕਦੀ ਹੈ। ਲੇਕਿਨ ਜੇ SGPC ਦੀ ਗੱਲ ਕਰੀਏ, ਮੇਨ ਉਹਨਾਂ ਦਾ ਹੀ ਬੰਦਾ, ਉਹਨਾਂ ਨੇ ਕਿਹਾ ਵੀ ਹੈ, ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਇਹ ਹੈ ਕਿ ਸਰਕਾਰ ਨੇ ਜਗ੍ਹਾ ਐਕਵਾਇਰ ਕੀਤੀਆਂ, ਸਰਕਾਰ ਨੇ ਇਹ ਜਿੰਨੀਆਂ ਜਗ੍ਹਾ ਐਕਵਾਇਰ ਕੀਤੀਆਂ ਇਹਨਾਂ ਨੇ ਤਕਰੀਬਨ ਸਾਰੀਆਂ ਦਰਬਾਰ ਸਾਹਿਬ ਨੂੰ ਹੀ ਦੇ ਦਿੱਤੀਆਂ। ਆਪਣੇ ਤੇ ਕੋਈ ਉਹਨਾਂ ਨੇ ਬਲੇਮ ਹੀ ਨਹੀਂ ਰੱਖਿਆ ਕਿ ਉਹ ਨਹੀਂ ਸੀ ਚਾਹੁੰਦੇ ਕਿ ਇੱਥੇ ਮੁੜ ਕੇ ਕੋਈ ਕੰਸਟਰਕਸ਼ਨ ਹੋਵੇ, ਇਹ ਖੁੱਲ੍ਹੀ ਜਗ੍ਹਾ ਰਹਿਣੀ ਚਾਹੀਦੀ ਹੈ। ਅਤੇ ਅਸੀਂ ਤਾਂ ਇਹੀ ਉਮੀਦ ਕਰਾਂਗੇ ਕਿ ਜਦੋਂ ਇਹਨਾਂ ਨੂੰ ਸੈਕਟਰੀ ਸਕੱਤਰ ਸਾਹਿਬ ਨੂੰ ਪਤਾ ਲੱਗਦਾ ਹੈ SGPC ਨੂੰ ਕਿ ਭਾਈ ਸੰਤ ਸਿੰਘ ਗਿਆਨੀ ਹੋਰਾਂ ਦੀ ਬਿਲਡਿੰਗ ਹੈ, ਫਿਰ ਤੋਂ ਸਭ ਕੁਝ ਜਾਣਦੇ ਹੀ ਹੈ ਕਿ ਉਹ ਕੀ ਸੀਗੇ ਕੀ ਨਹੀਂ ਸੀਗੇ। ਗਿਆਨੀਆਂ ਦੇ ਬੂੰਗੇ ਬਾਬਾ ਤੋਂ ਸਭ ਕੁਝ ਜਾਣਦੇ ਆ। ਤੁਸੀਂ ਕੀ ਕੋਈ SGPC ਦੇ ਜਾਂ ਸਕੱਤਰ ਨੂੰ ਜਾਂ ਉਹਨਾਂ ਦੇ ਪ੍ਰਧਾਨ ਨੂੰ ਕੋਈ ਮਤਲਬ ਮੈਸੇਜ ਦੇਣਾ ਚਾਹੋਗੇ ਜਾਂ ਮਿਲਣਾ ਚਾਹੋਗੇ ਉਹਨਾਂ ਨੂੰ ਪਰਸਨਲੀ, ਵੀ ਇਹ ਕਹਿਣਾ ਚਾਹੋਗੇ? ਪਰਸਨਲੀ ਹੁਣ ਮੈਂ ਜ਼ਰੂਰ ਮਿਲ ਕੇ ਆਵਾਂਗਾ ਜੀ ਉਹਨਾਂ ਨੂੰ, ਕਿ ਉਹਨਾਂ ਨੂੰ ਦੱਸਣ ਲਈ ਕਿ ਬੂੰਗਾ ਭਾਈ ਸੰਤ ਸਿੰਘ ਗਿਆਨੀ ਹੋਰਾਂ ਦਾ ਹੈਗਾ। ਤੁਸੀਂ ਜਾਣਦੇ ਵੀ ਹੋ ਇਹਨਾਂ ਦੇ ਕੋਲ ਜਿਹੜੀ ਲਾਇਬ੍ਰੇਰੀ, ਰੈਫਰੈਂਸ ਲਾਇਬ੍ਰੇਰੀ ਹੈ, ਇਹਨਾਂ ਕੋਲ ਹੀ ਕੰਮ ਕਰਦੇ ਹੁੰਦੇ ਸੀ ਅਵਿਨਾਸ਼ੀ ਸਿੰਘ ਹੋਰੀ। ਉਹ ਜਦੋਂ ਮੁੰਡਿਆਂ ਦੇ ਬਹੁਤ ਜ਼ੋਰ 'ਚ ਸੀਗੇ, ਉਹਨਾਂ ਦਾ ਮਰਡਰ ਹੋ ਗਿਆ, ਸਾਨੂੰ ਗੋਲੀ ਮਾਰਤੀ ਸੀ। ਉਹ ਸਾਡੇ ਫੈਮਿਲੀ ਦੀ ਸਾਰੀ ਹਿਸਟਰੀ ਜਾਣਦੇ ਸੀ। ਮੇਰੇ ਫਾਦਰ ਦੀ ਤਸਵੀਰ ਵੀ ਇੱਥੇ ਲੱਗੀ ਹੁੰਦੀ ਸੀ। ਮੇਰੇ ਫਾਦਰ ਪੋਇਟ ਹੁੰਦੇ ਸੀਗੇ, ਪੰਜਾਬੀ ਦੇ ਵਾਰਾਂ ਲਿਖਦੇ ਸੀਗੇ। ਗਿਆਨੀ ਹਰਿੰਦਰ ਸਿੰਘ ਰੂਪ, ਇਹ ਧਨੀ ਰਾਮ ਚਾਤਰਕ ਦਾ ਨਾਮ ਸੁਣਿਆ ਹੋਇਆ ਤੁਸੀਂ, ਉਹਨਾਂ ਦੇ ਸ਼ਾਗਿਰਦ ਸੀਗੇ। ਇਹ ਉਹਨਾਂ ਦੇ ਵੀ ਸ਼ਾਗਿਰਦ ਸੀਗੇ। ਅਤੇ ਇਹ ਸ਼ਰਮਾ ਇੱਕ ਵਕੀਲ ਹੁੰਦੇ ਸੀਗੇ ਉਰਦੂ ਦੇ, ਉਹਨਾਂ ਦੇ ਇਹ ਸ਼ਾਗਿਰਦ ਹੁੰਦੇ ਸੀਗੇ।
ਧਨੀ ਰਾਮ ਚਾਤਰਿਕ ਹੋਰਾਂ ਨੂੰ ਇਹਨਾਂ ਨੇ ਬੜਾ ਆਨਰ ਦਵਾਇਆ ਸੀਗਾ। ਅਤੇ ਸਾਡਾ ਮਤਲਬ ਅੰਦਰ ਜਿਹੜੇ ਪੇਂਟਿੰਗਾਂ ਹੋਈਆਂ ਹਰਿਮੰਦਰ ਸਾਹਿਬ ਦੇ ਵਿੱਚ, ਉਹ ਗਿਆਨ ਸਿੰਘ ਨਕਾਸ਼ ਦੀਆਂ ਹੋਈਆਂ ਜਿਹੜੇ ਇਹਨਾਂ ਨੇ ਫਰੇਮ ਦੇ ਵਿੱਚ ਰੱਖੀਆਂ ਹੋਈਆਂ ਇਸ ਲਈ। ਉਹ ਸਾਡੇ ਮੇਰੇ ਫਾਦਰ ਦੇ ਉਹਨਾਂ ਦਾ ਬਹੁਤ ਰਿਲੇਸ਼ਨ ਸੀਗੇ। ਉਹਨਾਂ ਦੀ ਸੁਪਰਵਿਜ਼ਨ 'ਚ ਇਹ ਸਭ ਕੰਮ ਹੁੰਦਾ ਸੀਗਾ। ਉਹਨਾਂ ਨੂੰ ਸਭ ਇਸ ਦਾ ਨੌਲੇਜ ਸੀ। ਉਹ ਦੱਸ ਕੇ ਕਹਿੰਦੇ ਹੁੰਦੇ ਸੀ ਇਹ ਬਣਾ, ਇਹ ਚੀਜ਼ ਬਣਾ, ਇੱਥੇ ਇਹ ਬਣਾ। ਇਸ ਤਰ੍ਹਾਂ ਸੀਗਾ ਸਾਡਾ ਦਰਬਾਰ ਸਾਹਿਬ ਨਾਲ ਬਹੁਤ ਤਾਲੁਕ ਸੀ। ਸੋ ਹੁਣ ਤੁਸੀਂ ਜਾਓਗੇ, ਪ੍ਰਧਾਨ ਨੂੰ ਮਿਲੋਗੇ ਜਾਂ ਸਕੱਤਰ ਨੂੰ ਮਿਲੋਗੇ, ਪਰਸਨਲੀ ਜਾ ਕੇ ਕੋਈ ਮੰਗ ਪੱਤਰ ਜਾਂ ਉਹਨਾਂ ਨੂੰ ਕਹੋਗੇ, ਇੰਸਿਸਟ ਕਰੋਗੇ ਵੀ ਇਹਨੂੰ ਜਿਹੜਾ ਹੈਗਾ ਪ੍ਰੀਜ਼ਰਵ ਕੀਤਾ ਜਾਵੇ ਸਹੀ ਢੰਗ ਨਾਲ? ਅਸੀਂ ਤਾਂ ਇਹ ਕਹਾਂਗੇ ਕਿ ਇਹ ਪ੍ਰੀਜ਼ਰਵ ਕਰਨਾ ਚਾਹੀਦਾ ਤੁਹਾਨੂੰ, ਕਿਉਂਕਿ ਤੁਹਾਨੂੰ ਪਤਾ ਲੱਗ ਚੁੱਕਾ ਭਾਈ ਸੰਤ ਸਿੰਘ ਹੋਰਾਂ ਦੀ ਇਹ ਬਿਲਡਿੰਗ ਸੀਗੀ ਅਤੇ ਉਹ ਤਾਂ ਤੁਹਾਡੇ ਦਰਬਾਰ ਸਾਹਿਬ 'ਚ ਸਭ ਕੁਝ ਮੌਜੂਦ ਪਿਆ। ਇਹ ਤੁਸੀਂ ਹੁਣ ਜਿਸ ਤਰ੍ਹਾਂ ਮੁਨਾਸਬ ਸਮਝਦੇ ਕਰਦੇ ਹੋ। ਇਹਦੀਆਂ ਕੋਈ ਨਿਸ਼ਾਨੀਆਂ ਤੁਹਾਡੇ ਕੋਲ ਪੁਰਾਣੀਆਂ ਬਜ਼ੁਰਗਾਂ ਦੀਆਂ, ਉਹਨਾਂ ਦੀ ਕੋਈ ਤਸਵੀਰ ਜਾਂ ਉਹਨਾਂ ਦੀ ਕੋਈ ਨਿਸ਼ਾਨੀ ਤੁਹਾਡੇ ਕੋਲ ਤੁਸੀਂ ਸਾਂਭ ਕੇ ਰੱਖੀ ਹੈ ਜੀ? ਤਸਵੀਰ ਹੈ, ਇਹ ਹੋ ਗਏ ਜੀ ਭਾਈ ਸੰਤ ਸਿੰਘ ਜੀ ਦੀ। ਇਹ ਹਾਂਜੀ ਦੱਸੀ ਜੋ ਬੋਲੀ ਜਾਓ, ਇਹ ਕੌਣ ਨੇ ਸੀ ਜੀ, ਕੀ ਇਹ ਸ਼ਖਸੀਅਤ ਭਾਈ ਸੰਤ ਸਿੰਘ ਆ, ਇਹ ਵੀ ਹੈਗੇ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨਜ਼ਦੀਕ ਸੀਗੇ। ਉਹਦੇ ਮਿਨਿਸਟਰ ਕਹਿ ਸਕਦੇ ਹੋ। ਉਹ ਇਹਨਾਂ ਦੀ ਸਲਾਹ ਲਿੱਤੇ ਬਗੈਰ ਨਹੀਂ ਸੀ ਚੱਲਦਾ। ਇਹ ਉਹ ਹੈਡ ਗ੍ਰੰਥੀ ਸੀਗੇ, ਇਹ ਕਥਾਵਾਚਕ ਸੀਗੇ। ਇਹਨਾਂ ਦੀ ਉਹ ਸਮਾਧ ਐਸੇ ਬਾਬੇ ਸਾਹਿਬ ਬਣੀ ਹੋਈ ਹੈ ਬਾਬਾ ਟਲ ਗੁਰਦੁਆਰੇ ਦੇ ਸਾਹਮਣੇ। ਮੇਰੇ ਖਿਆਲ SGPC ਵੱਲੋਂ ਮੇਰੇ ਖਿਆਲ ਕੋਈ ਇਹਨਾਂ ਦੀ ਯਾਦਗਾਰ ਮਨਾਈ ਵੀ ਨਹੀਂ ਜਾਂਦੀ। ਅਤੇ ਜਿਨ੍ਹਾਂ ਦੀ ਸਮਾਧ ਬਣੀ ਐਡਾ ਵੱਡਾ, ਜਿਨ੍ਹਾਂ ਨੂੰ ਰੁਤਬਾ ਮਿਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਹਾ ਜਾਂਦਾ ਜਿਨ੍ਹਾਂ ਨੂੰ, ਉਹਨਾਂ ਵੱਲੋਂ ਇੰਨਾ ਵੱਡਾ ਰੁਤਬਾ ਮਿਲਿਆ, ਲੇਕਿਨ ਕੋਈ ਯਾਦ ਨਹੀਂ। ਇੱਥੋਂ ਤੱਕ ਕਿ ਉਹ ਜਿਹੜੀ ਸਮਾਧ ਹੈ ਉਹਦੇ ਥੱਲੇ ਲਿਖਿਆ ਹੋਇਆ ਸੀ ਸਮਾਧ ਗਿਆਨੀ ਭਾਈ ਸੰਤ ਸਿੰਘ ਜੀ, ਉਹ ਵੀ ਉੱਥੋਂ ਮਿਟਾ ਦਿੱਤਾ ਹੋਇਆ। ਇਹ ਕੀ ਇਹ ਮਨਾਂ ਨੂੰ ਕੋਈ ਠੇਸ ਨਹੀਂ ਪਹੁੰਚਦੀ ਕਿ ਵੀ ਪਰ ਅਸੀਂ ਕਰ ਕੀ ਸਕਦੇ ਐਡੀ ਬਾਡੀ ਦੇ ਅਗੇਂਸਟ? ਨਹੀਂ, ਪਰ ਕੁਝ ਆਪਣਾ ਵੱਲੋਂ ਕੁਝ ਕਰ ਤੇ ਸਕਦੇ ਹਾਂ। ਸਕਦੇ ਨਾ, ਉਹਨਾਂ ਨਾਲ ਕੌਣ ਮੱਥਾ ਲਾ ਸਕਦਾ? ਨਹੀਂ, ਪਰ ਇਸ ਜਦੋਂ ਹੁਣ ਤੁਸੀਂ ਮਿਲੋਗੇ ਇਸ ਬਾਰੇ ਵੀ ਗੱਲ ਕਰੋਗੇ? ਬਿਲਕੁਲ ਕਹਿ ਕੇ ਆਵਾਂਗਾ ਜੀ ਮੈਂ। ਇਹ ਤੁਹਾਡੀਆਂ ਪੁਰਾਣੀਆਂ ਯਾਦਾਂ ਜਿਵੇਂ ਇੱਕ ਤਾਜ਼ਾ ਹੋ ਗਈਆਂ। ਸ਼ਾਇਦ ਇਹ ਜਿਹੜਾ ਬੇਸਮੈਂਟ ਨਾ ਕੁਰੇਦੀ ਜਾਂਦੀ ਤੇ ਸ਼ਾਇਦ ਇਸ ਤਰ੍ਹਾਂ ਜੀਵਨ ਚੱਲ ਰਿਹਾ ਸੀ, ਉਸ ਤਰ੍ਹਾਂ ਚੱਲਦਾ ਰਹਿੰਦਾ। ਸ਼ਾਇਦ ਦੁਨੀਆ ਦੇ ਸਾਹਮਣੇ ਤੁਹਾਡਾ ਪਰਿਵਾਰ ਆ ਹੀ ਨਾ ਪਾਉਂਦਾ। ਅੱਜ ਜੇ ਖੁਦਾਈ ਹੋਈ ਹੈ ਤੇ ਅੱਜ ਤੁਹਾਡਾ ਪਰਿਵਾਰ ਸਾਹਮਣੇ ਆਇਆ, ਤੇ ਅੱਜ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ, ਕਿਸ ਤਰ੍ਹਾਂ ਵੇਖਦੇ ਹੋ, ਕੁਦਰਤ ਦਾ ਕਿਸ ਤਰ੍ਹਾਂ ਭਾਣਾ ਵੇ? ਬੜੀ ਦੇਰ ਤੋਂ ਬੁੱਕਸ ਦੇ ਵਿੱਚ ਚੱਲ ਰਿਹਾ। ਹਰ ਕਿਤਾਬਾਂ 'ਚ ਹਿਸਟੋਰੀਅਨਸ ਨੇ, ਮੈਕੌਲਫ ਨੇ ਵੀ ਸਾਡੇ ਪਰਿਵਾਰ ਦੇ ਬਾਬਤ ਜ਼ਿਕਰ ਲਿਖੇ ਹੋਏ ਹੈ ਕਿ ਉਹ ਸਾਡੇ ਪਰਿਵਾਰ ਨੂੰ ਸਾਰੇ ਜਾਣਦੇ ਨੇ। ਪੰਜਾਬ ਚੀਫ ਸੀ ਕੱਢਦੇ ਹੁੰਦੇ ਸੀਗੇ ਜਿਹਦੇ ਵਿੱਚ ਸਾਡੇ ਪਰਿਵਾਰ ਦਾ ਸਾਰਾ ਵੇਰਵਾ ਆਇਆ ਹੋਇਆ ਹੈ। ਸੋ ਹੋਰ ਵੀ ਕੋਈ ਤਸਵੀਰਾਂ ਮੈਂ ਦੇਖ ਰਿਹਾ ਸ਼ਾਇਦ ਪਈਆਂ ਨੇ। ਇਹ ਕੌਣ ਨੇ ਜੀ? ਇਹ ਭਾਈ ਸੰਤ ਸਿੰਘ ਹੋਰਾਂ ਦੇ ਲੜਕੇ ਨੇ ਜੀ। ਅੱਛਾ ਜੀ। ਇਹ ਵੀ ਦਮਦਮੀ ਟਕਸਾਲ ਦੇ ਇੰਚਾਰਜ ਰਹੇ। ਦਰਬਾਰ ਸਾਹਿਬ 'ਚ ਪ੍ਰਕਰਮਾਂ 'ਚ ਜਿਹੜਾ ਪੱਥਰ ਲਗਵਾਉਂਦੇ ਹੁੰਦੇ ਸੀ ਇਹਨਾਂ ਦੇ ਸਪੁਰਦਾਰੀ ਸੀ। ਸੋ ਇੱਕ ਹਰਿਮੰਦਰ ਸਾਹਿਬ ਜਿਹੜਾ ਸਿੱਖੀ ਦਾ ਇੱਕ ਸੈਂਟਰ ਮੰਨਿਆ ਜਾਂਦਾ, ਧੁਰਾ ਮੰਨਿਆ ਜਾਂਦਾ, ਉਹਦੇ ਵਿੱਚ ਇੱਕ ਇੰਨੀ ਵੱਡੀ ਮੁੱਖ ਭੂਮਿਕਾ ਨਿਭਾਉਣ ਵਾਲੇ ਉਹ ਪਰਿਵਾਰ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਹਾਲੇ ਤੱਕ ਮਤਲਬ ਅਣਗੌਲਿਆਂ ਹੀ ਕੀਤਾ ਗਿਆ। ਉਹਨਾਂ ਦੇ ਬਜ਼ੁਰਗਾਂ ਨੂੰ, ਉਹਨਾਂ ਦੀ ਜਿਹੜੀ ਦੇਣ ਹੈ ਉਹਨੂੰ, ਔਰ ਅੱਜ ਇੱਕ ਜਿਹੜੀ ਨਿਸ਼ਾਨੀ ਹੈ ਉਹਨੂੰ ਵੀ ਜਿਹੜਾ ਫੇਰ ਦੁਬਾਰਾ ਮਤਲਬ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਚਲੋ ਖੈਰ ਕੁਦਰਤ ਦਾ ਭਾਣਾ ਕਹਿ ਸਕਦੇ ਹਾਂ ਆਪਾਂ ਵੀ ਉਹ ਸ਼ਾਇਦ ਬਚ ਜਾਏਗੀ ਜੋ ਲੱਗ ਰਿਹਾ, ਕਿਉਂਕਿ ਉਹਨਾਂ ਦਾ ਬਿਆਨ ਆਇਆ, ਐਸਾ ਬਿਆਨ ਆਇਆ। ਅਤੇ ਹੁਣ ਤੁਸੀਂ ਕਦੋਂ ਜਿਹੜਾ ਪਲੈਨਿੰਗ ਕਰ ਰਹੇ ਹੋ ਜਾਣ ਦੀ ਉਹਨਾਂ ਵੱਲ? ਮੈਂ ਜੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ ਜੇ ਉਹਨਾਂ ਕੋਲੋਂ ਟਾਈਮ ਮਿਲ ਗਿਆ ਤਾਂ। ਇਹ ਕੁਝ ਸਮਾਂ ਉਸ ਸਮੇਂ ਬਾਰੇ ਦੱਸ ਸਕਦੇ ਹੋ ਜਿਹੜਾ ਤੁਸੀਂ ਰਹੇ ਹੋ, ਜਿਹੜੇ 50 ਸਾਲ ਗੁਜ਼ਾਰੇ ਤੁਸੀਂ? ਬਚਪਨ ਤੋਂ ਲੈ ਕੇ ਹੋਸ਼ ਆਉਣ ਤੱਕ 5-7 ਸਾਲ ਦੇ ਬੱਚੇ ਨੂੰ ਹੋਸ਼ ਆ ਜਾਂਦੀ ਹੈ। 5-7 ਸਾਲ ਤੋਂ ਲੈ ਕੇ ਉਹ ਜਿਹੜੇ 40-45 ਸਾਲ ਤੁਸੀਂ ਆਪਣੀ ਹੋਸ਼ 'ਚ ਗਵਾਰੇ, ਉਹ ਕਿੱਦਾਂ ਦੇ ਸਨ? ਮਾਹੌਲ ਕਿੱਦਾਂ ਦਾ ਸੀ? ਆਲੇ ਦੁਆਲੇ ਦਾ ਮਾਹੌਲ ਕਿੱਦਾਂ ਦਾ ਸੀ? ਧਾਰਮਿਕ ਮਾਹੌਲ ਕਿੱਦਾਂ ਦਾ? ਬਹੁਤ ਵਧੀਆ ਸੀ। ਧਾਰਮਿਕ ਸਾਡਾ ਫੈਮਿਲੀ ਬਹੁਤ ਹੈਗੀ ਸੀਗੀ। ਗੁਰਦੁਆਰੇ ਨਿਤਨੇਮ ਸਭ ਨੇ ਜਾਣਾ ਹੀ ਜਾਣਾ। ਸਵੇਰੇ ਅਰਲੀ ਮਾਰਨਿੰਗ ਜਾਣਦੇ ਸੀ ਸਾਰੇ। ਇਹ ਸਾਡੇ ਮਹਾਂਪੁਰਸ਼ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਆਸ਼ੀਰਵਾਦ ਕਹਿ ਲਓ, ਅਸੀਂ ਇਸ ਚੀਜ਼ 'ਚ ਬਹੁਤ ਅੱਗੇ ਸੀਗੇ। ਸਾਡੇ ਜਿਹੜੇ ਮੇਰੇ ਫਾਦਰ ਨੇ ਲਿਖੀਆਂ ਕਿਤਾਬਾਂ ਉਹ ਵੀ ਸਿੱਖ ਹਿਸਟਰੀ ਨਾਲ ਤਾਲੁਕ ਰੱਖਦੀਆਂ। ਉਹਨਾਂ ਨੇ ਲੋਕ ਵਾਰਾਂ ਇੱਕ ਲਿਖੀ ਹੈ, ਭਾਈ ਗੁਰਦਾਸ 'ਤੇ ਲਿਖਿਆ। ਉਹ ਕਿਤਾਬਾਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲੱਗੀਆਂ ਹੋਈਆਂ। ਇੱਕ ਤੁਹਾਨੂੰ ਹੋਰ ਚੀਜ਼ ਦੱਸਵਾਂ, ਗਿਆਨੀ ਸੰਤ ਸਿੰਘ ਹੋਰੀ ਜਿਹੜੇ ਸੀਗੇ ਇਹ ਸੰਸਕ੍ਰਿਤ ਦੇ ਬਹੁਤ ਵੱਡੇ ਸਕਾਲਰ ਸੀਗੇ। ਮਹਾਰਾਜਾ ਬਨਾਰਸ ਇਹ ਜਿਹੜੀ ਹੈ ਸਾਡੇ ਹਵੇਲੀ ਦਾ ਮੇਨ ਐਂਟਰੈਂਸ ਹੈ। ਇਹ ਦੇਖੋ,
ਇਹਦੇ ਤੇ ਇੱਕ ਬੁੱਤ ਲੱਗਾ ਹੋਇਆ ਗਣੇਸ਼ ਦਾ। ਉਧਰ ਇਹ ਦੇਖੋ ਜੀ, ਇਹ ਬੁੱਤ ਲੱਗਾ ਦਿਸ ਰਿਹਾ ਨਾ। ਹਾਂਜੀ ਇਹ ਉਹਨੇ ਇਹਨਾਂ ਨੂੰ ਦਿੱਤਾ ਸੀ। ਕਿਉਂ ਦਿੱਤਾ ਸੀ? ਉਹ ਕਹਿੰਦਾ ਸੀਗਾ ਭਾਈ ਸੰਤ ਸਿੰਘ ਜੀ, ਤੁਹਾਡੇ ਜਿਹਾ ਸੰਸਕ੍ਰਿਤ 'ਚ ਵਿਦਵਾਨ ਕੋਈ ਨਹੀਂ ਹੈ, ਮੇਰੇ ਇੱਥੋਂ ਦੇ ਜਿਹੜੇ ਪੰਡਤ ਨੇ ਇਹਨਾਂ ਨੂੰ ਵੀ ਤੁਸੀਂ ਸਿਖਾਇਆ ਕਰੋ। ਉਹ ਇੱਥੇ ਆ ਕੇ ਉਹਨਾਂ ਕੋਲ ਸਲਾਹ ਮਸ਼ਵਰਾ ਕਰਦੇ ਹੁੰਦੇ ਸੀ। ਇਹ ਸੰਸਕ੍ਰਿਤ 'ਚ ਬਹੁਤ ਮਾਹਿਰ ਸੀਗੇ। ਤੁਸੀਂ ਯਾਦਵਿੰਦਰ ਜੀ ਕੁਝ ਯਾਦਾਂ ਜਾਂ ਕੁਝ ਉਹ ਜਿਹੜੀ ਬੁੱਕਸ ਜਾਂ ਤੁਹਾਡੇ ਪਿਤਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਹ ਕਵੀ ਸੀ, ਉਹਨਾਂ ਦੀਆਂ ਯਾਦਾਂ ਜਾਂ ਬੁੱਕਸ, ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਤੁਸੀਂ ਰੱਖੀਆਂ ਜੀ ਸਾਂਭ ਕੇ? ਹਾਂਜੀ ਹੈਗੀਆਂ। ਤੇ ਉਹ ਤੁਸੀਂ ਮਤਲਬ ਚਾਹੋਗੇ ਵੀ SGPC ਜਾਂ ਕੋਈ ਸੰਸਥਾ ਵੱਲੋਂ ਜਾਂ ਕਿਸੇ ਯੂਨੀਵਰਸਿਟੀ ਵੱਲੋਂ ਉਹਦਾ ਪ੍ਰਚਾਰ ਕੀਤਾ ਜਾਵੇ? ਯੂਨੀਵਰਸਿਟੀ 'ਤੇ ਆਲਰੇਡੀ ਲੱਗੀਆਂ ਹੋਈਆਂ ਜੀ। ਉਹ ਯੂਨੀਵਰਸਿਟੀ 'ਚ ਮੇਰੇ ਪਾਪਾ ਦੀਆਂ ਕਿਤਾਬਾਂ ਲੱਗੀਆਂ ਹੋਈਆਂ। ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਾਈ ਸੰਤ ਸਿੰਘ ਹੋਰਾਂ ਨੇ ਉਲਥਾ ਕੀਤਾ ਸੀ ਰਮਾਇਣ ਦਾ। ਉਹ ਉਲਥਾ ਜਿਹੜਾ ਉਹਦੀ ਤਸਵੀਰ, ਇਹ ਤਸਵੀਰ ਦਾ ਹਾਂ ਕਿੱਥੇ ਹੈਗੀ ਹੈ? ਉਹ ਜਿਹੜਾ ਉਲਥਾ ਕੀਤਾ ਸੀਗਾ, ਉਹ ਕਿਤਾਬ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ, ਇਹ ਮੈਂ ਪੜ੍ਹ ਕੇ ਆ ਲਓ ਜੀ, ਤੁਸੀਂ ਵੀ ਦੇਖ ਲਓ। ਹਾਂਜੀ ਹਾਂਜੀ ਇਹ ਮੈਂ ਪੜ੍ਹ ਕੇ ਸੁਣਾ ਰਿਹਾ ਉਹ ਕਿਤਾਬ ਹਾਂਜੀ ਹਾਂਜੀ ਰਮਾਇਣ ਦੀ। ਉਹਦੀ ਭੂਮਿਕਾ ਦੇ ਵਿੱਚ ਸਾਡੀ ਸਾਰੀ ਫੈਮਿਲੀ ਦਾ ਜ਼ਿਕਰ ਹੈ। ਇਹ ਕੌਣ ਨੇ ਜੀ, ਥੋੜਾ ਵੀ ਦੱਸ ਦਿਓ। ਇਸ ਸਾਹਮਣੇ ਦੱਸੋ ਉਧਰ। ਇਹ ਮੈਂ ਬੈਠਾ ਹੋਇਆ ਜੀ ਯਾਦਵਿੰਦਰ, ਹਾਂਜੀ ਇਹ ਮੇਰੀ ਸਿਸਟਰ ਹੈ, ਇਹ ਵਾਈਸ ਚਾਂਸਲਰ ਜੀ ਬੈਠੇ ਹੈ, ਇਹ ਪ੍ਰਿੰਸੀਪਲ ਗਿਆਨੀ ਨਿਹਾਲ ਸਿੰਘ ਹੁੰਦੇ ਸੀ। ਇਹ ਜਿਹੜਾ ਇੱਥੇ ਹੁੰਦਾ ਸੀ ਕਾਲਜ, ਗਿਆਨੀ ਕਾਲਜ ਹੁੰਦਾ ਸੀ ਸੋਢੀਆਂ ਵਾਲੇ ਬਾਜ਼ਾਰ ਦੇ ਮੋੜ ਦੇ ਉੱਪਰ, ਗਿਆਨੀ ਕਾਲਜ ਹੁੰਦਾ ਸੀ, ਉਹ ਹੋ ਗਿਆ। ਹਾਂ ਬਸ ਇਹ ਪੰਜ ਨੇ ਅਸੀਂ ਹਾਂ। ਠੀਕ ਹੈ ਜੀ। ਤੇ ਹੁਣ ਜਿਹੜੇ ਤੁਹਾਡੇ ਪਿਤਾ ਜੀ ਦੇ ਰਚਨਾਵਾਂ ਨੇ ਉਹ ਤੇ ਯੂਨੀਵਰਸਿਟੀ 'ਚ ਲੱਗੀਆਂ ਹੋਈਆਂ। ਹਾਂਜੀ ਹਾਂਜੀ ਪੁਲਿਸ ਦੇ ਬਾਰੇ ਦੱਸ ਰਹੇ ਤੁਸੀਂ? ਹਾਂਜੀ, ਉਹਦਾ ਅਸੀਂ ਇਹਨਾਂ ਨੂੰ ਕਹਿਤਾ ਸੀਗਾ ਵਾਈਸ ਚਾਂਸਲਰ ਜੀ ਨੂੰ ਕਿ ਜਿਹੜਾ ਵੀ ਸਿੱਖ ਸਟੂਡੈਂਟ ਪੜ੍ਹਾਈ 'ਚ ਗਰੀਬ ਹੋਵੇ, ਅਫੋਰਡ ਨਾ ਕਰ ਸਕੇ, ਰਾਇਲਟੀ ਜੋ ਵੀ ਉਹਦਾ ਤੁਹਾਨੂੰ ਹੋਏਗਾ ਉਹ ਤੁਸੀਂ ਉਸ ਬੱਚੇ ਨੂੰ ਸਕਾਲਰਸ਼ਿਪ ਦੇ ਦੇਣਾ। ਠੀਕ ਹੈ, ਜਿਹੜਾ ਯੋਗ ਹੋਏਗਾ ਲੇਕਿਨ ਪੜ੍ਹਾਈ ਮਤਲਬ ਪੈਸੇ ਪੱਖੋਂ ਨਹੀਂ ਠੀਕ ਹੋਏਗਾ। ਹਾਂ ਠੀਕ ਹੈ ਜੀ। ਸੋ ਹੁਣ ਤੁਸੀਂ SGPC ਵੱਲ ਜਾਣ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ। ਸੋ ਦੇਖੋ ਜੀ, ਇਹ ਯਾਦਵਿੰਦਰ ਸਿੰਘ ਜੀ ਸੀ ਜਿਨ੍ਹਾਂ ਦੀ ਉਮਰ 80 ਸਾਲ ਨੇ ਔਰ ਆਪਣੇ ਜਿਹੜੀਆਂ ਪੁਰਾਣੀਆਂ ਯਾਦਾਂ ਇਹਨਾਂ ਨੇ ਸਾਂਝੀਆਂ ਕੀਤੀਆਂ। ਉਹ ਜਿਹੜੀ ਇਮਾਰਤ ਨਿਕਲੀ ਹੈ, ਬੁੰਗਾ ਨਿਕਲਿਆ, ਜਿਹੜੀ ਸੁਰੰਗ ਨਿਕਲੀ ਹੈ, ਉਹਦੇ ਬਾਰੇ ਵੀ ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਹੈਗਾ ਉੱਥੇ, ਕਿਸ ਤਰ੍ਹਾਂ ਡਾਟਾ ਬਣੀਆਂ, ਡਾਟਾ ਬੰਦ ਕੀਤੀਆਂ ਨੇ। ਔਰ ਇਹਨਾਂ ਦੇ ਬਜ਼ੁਰਗ ਜਿਹੜੇ ਆ ਉੱਥੇ ਉਹ ਝੰਡੇ ਬੁੰਗੇ ਤੱਕ ਪਹੁੰਚਦੇ ਸਨ, ਕਥਾਵਾਚਕ ਸਨ। ਔਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਫੀ ਜਿਹੜੀਆਂ ਉਹਨਾਂ ਨੂੰ ਦਾਤਾਂ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵੇਲੇ ਕਿਸੇ ਬੈਟਲਫੀਲਡ ਦੇ ਵਿੱਚ ਜਾ ਕੇ ਮਦਦ ਕੀਤੀ ਸੀ। ਅੱਜ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ SGPC ਪ੍ਰਧਾਨ ਜਾਂ ਉਹਨਾਂ ਦੇ ਕਿਸੇ ਵੱਡੇ ਅਧਿਕਾਰੀ ਨੂੰ ਉਹ ਮਿਲਣਗੇ ਅਤੇ ਇਹ ਜਾ ਕੇ ਗੁਜ਼ਾਰਿਸ਼ ਕਰਨਗੇ ਵੀ ਇਹ ਅਜਿਹੀ ਜਿਹੜੀ ਇਤਿਹਾਸਿਕ ਬਿਲਡਿੰਗ ਹੈ, ਜਿਹੜੀ ਕਿ ਸਮੇਂ ਦੇ ਕਰਕੇ, ਚਾਹੇ ਕਿਹਨਾਂ ਕਾਰਨਾਂ ਕਰਕੇ ਵੀ ਰਹੇ, ਚਾਹੇ ਰਾਜਨੀਤੀ ਕਰਕੇ, ਚਾਹੇ ਕਿਸੇ ਹੋਰ ਕਾਰਨਾਂ ਕਰਕੇ, ਉਹਨੂੰ ਜਿਹੜਾ ਉਹ ਜ਼ਮੀਨਦੋਜ਼ ਕਰ ਦਿੱਤਾ ਗਿਆ। ਅੱਜ ਉਹ ਜੇ ਬਾਹਰ ਨਿਕਲੀ ਹੈ ਮਾਲਕ ਦੇ ਭਾਣੇ ਦੇ ਵਿੱਚ ਕਹਿ ਸਕਦੇ ਹਾਂ, ਅਤੇ ਉਹਨੂੰ ਜਿਹੜਾ ਪ੍ਰੀਜ਼ਰਵ ਕੀਤਾ ਜਾਵੇ। ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਸਪੈਸ਼ਲ ਰਿਪੋਰਟ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।